ਕਰਮਾਂ ਉੱਪਰ ਨਿਬੇੜੇ। ਕਰਤੇ ਪੁਰਖ ਦੀ ਸਾਜੀ ਹੋਈ ਧਰਤੀ ਰੂਪੀ ਧਰਮਸਾਲ ਵਿਖੇ ਅਨੇਕ ਰੰਗ ਦੇ, ਅਨੇਕ ਪ੍ਰਕਾਰੀ ਜੂਨ ਜੁਗਤੀਆਂ ਦੇ, ਅਨੇਕ ਅਨੰਤ ਨਾਵਾਂ ਦੇ ਜੀ ਜੰਤ ਵਸਦੇ ਹਨ। ਤਿਨਾਂ ਦਾ ਉਹਨਾਂ ਦੇ ਆਪੋ ਆਪਣੇ ਕਰਮਾਂ ਅਨੁਸਾਰ ਵਾਹਿਗੁਰੂ ਦੀ ਦਰਗਾਹ ਅੰਦਰ ਪੂਰਨ ਵਿਚਾਰ ਹੋ ਕੇ ਸੱਚਾ ਨਿਆਂ ਨਿਬੜਦਾ ਹੈ, ਕਿਉਂਕਿ ਉਹ ਆਪ ਵੀ ਸੱਚਾ ਹੈ ਅਤੇ ਉਸ ਦਾ ਦਰਬਾਰ ਵੀ ਸੱਚਾ ਹੈ। ਉਸ ਦੇ ਸੱਚੇ ਨਿਆਂ ਇਨਸਾਫ ਵਾਲੀ ਅਦਾਲਤ ਕੋਰਟ ਵੀ ਸੱਚੀ ਹੈ। ਉੱਥੇ ਉਸ ਦਰਬਾਰ ਵਿਖੇ ਪੁੱਗ ਖਲੋਤੇ ਪੰਚ ਜਨ ਹੀ ਪ੍ਰਵਾਨ ਹੋਏ ਹਨ। ਪੰਚ ਪ੍ਰਵਾਨ ਗੁਰਮੁਖ ਜਨਾਂ ਨੂੰ ਹੀ ਉੱਥੇ ਸੱਚੀ ਸ਼ੋਭਾ ਮਿਲਦੀ ਹੈ। ਉਸ ਸੱਚੇ ਦਰਬਾਰ ਵਿਖੇ ਇਹੀ ਪੰਚ ਪ੍ਰਵਾਨ ਹੋਏ ਵੇ ਗੁਰਮੁਖਾਂ, ਸੱਚੇ ਅਹਿਲਕਾਰਾਂ, ਸੱਚੇ ਦਰਬਾਰੀਆਂ ਦਾ ਹੀ ਸ਼ੋਭਨੀਕ ਦੀਵਾਨ ਸਜਦਾ ਹੈ। ਜੀਵਾਂ ਦਾ ਧਰਤੀ ਧਰਮਸਾਲ, ਧਰਮ ਕਰਮ ਦੀ ਸ਼ਾਲਾ ਦੇ ਜੀਵਾਂ ਦੇ ਕਰਮਾਂ ਧਰਮਾਂ ਦਾ ਉਹਨਾਂ ਦੇ ਕਰਮਾਂ ਅਨੁਸਾਰ ਹੀ ਨਿਆਂ ਵਿਚਾਰਿਆ ਜਾਂਦਾ ਹੈ ਅਤੇ ਸੱਚੋ ਸੱਚ ਨਿਬੇੜਾ ਹੁੰਦਾ ਹੈ। ਨਦਰੀ ਦੀ ਨਦਰ ਨਿਸ਼ਾਨ ਵਾਲੇ ਤਿੱਥੇ ਸੁਰਖ ਰੂਈਆਂ ਦੇ ਸਿਹਰੇ ਸੌਂਦੇ ਹਨ। ਉਹਨਾਂ ਨੂੰ ਜਿਣ ਬਾਜੀ ਘਰ ਆਇਆ ਦੇ ਸਿਹਰੇ ਸਿਰੋਂ ਪਾਉ ਮਿਲਦੇ ਹਨ। ਕੱਚਿਆਂ ਪਿਲਿਆਂ ਦੀ ਉੱਥੇ ਪੱਕੀ ਸੋਧ ਸੁਧਾਈ ਹੁੰਦੀ ਹੈ। ਸੱਚਿਆਂ ਤੇ ਪੱਕਿਆਂ ਦੀ, ਸਚਾਈ ਤੇ ਪਕਿਆਈ ਦੀ ਉੱਥੇ ਪਰਖ ਹੁੰਦੀ ਹੈ। ਕਰਮਾਂ ਦੀ ਪਰਖ ਨਿਰਖ ਅਨੁਸਾਰ ਨਦਰ ਪਾਤਰਾਂ ਨੂੰ ਨਦਰੀ ਵਾਹਿਗੁਰੂ ਨਦਰਾਂ ਵਾਲੇ ਦੀ ਨਦਰ ਨਿਹਾਲਤਾ ਦਾ ਨਿਸ਼ਾਨ ਮਿਲਦਾ ਹੈ। ਧੁਰ ਸੱਚੜੇ ਨਿਆਂ ਅਸਥਾਨੀ ਗਿਆਂ ਹੀ ਪੂਰੀ ਕਸੌਟੀ ਤੇ ਲੱਗਿਆਂ ਇਮਤਿਹਾਨ ਵਿੱਚ ਪੂਰੇ ਨਿਕਲਦੇ ਹਨ, ਸਹੀ ਪ੍ਰਵਾਨ ਪੈਂਦੇ ਹਨ। ਇਹ ਗੁਰੂ ਨਾਨਕ ਸਾਹਿਬ ਦਾ ਸਪਸ਼ਟ ਫਰਮਾਨ ਹੈ। ਯਥਾ ਗੁਰਵਾਕ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਨ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆਂ ਜਾਪੈ ਜਾਏ। ਜਪਜੀ ਸਾਹਿਬ। ਇਉਂ ਕਰਮਾਂ ਦੀ ਖੇਡ ਨਿਆਂ ਤੇ ਨਿਬੜਦੀ ਹੈ। ਨਿਰੰਕਾਰ ਦੀ ਨਿਗਰਾਨੀ ਹੇਠਾਂ ਧਰਮ ਰਾਏ ਆਪਣੀ ਹਜ਼ੂਰੀ ਵਿੱਚ ਸੰਸਾਰੀ ਜੀਵਾਂ ਦੀਆਂ ਚੰਗਿਆਈਆਂ ਬੁਰਿਆਈਆਂ, ਚੰਗੇ ਮੰਦੇ ਕਰਮ ਕੀਤੇ ਕਰਮਾਂ ਦੀ ਪੜਤਾਲ ਕਰਦਾ ਹੈ। ਨੇਕੀਆਂ ਅਤੇ ਬਦੀਆਂ ਅਰਥਾਤ ਨੇਕ ਤੇ ਬਦ ਅਮਲਾਂ ਦੀ ਕਰਨੀ ਆਪੋ ਆਪਣੇ ਕਰਮਾਂ ਅਨੁਸਾਰ ਜ਼ਰੂਰ ਭੁਗਤਣੀ ਪਏਗੀ। ਕਿਸੇ ਨੂੰ ਨੇੜੇ ਦਾ ਗੇੜ ਸੁਰਗ ਨਰਕ ਦੀ ਹੇਰਾਫੇਰੀ ਦਾ ਭੁਗਤਣਾ ਪੈਂਦਾ ਹੈ, ਕਿਸੇ ਨੂੰ ਲੱਖ 84 ਦੇ ਲੰਮੇ ਫੇਰ ਵਿੱਚ ਪਾਇਆ ਜਾਂਦਾ ਹੈ। ਬੇਦਾਚਾਰੀ, ਲੋਕਾਚਾਰੀ, ਚੰਗੇ ਕਰਮ ਕਰਨ ਵਾਲਿਆਂ ਨੂੰ ਵੀ ਧਰਮ ਰਾਏ ਦੀ ਹਜ਼ੂਰੀ ਵਿੱਚ ਜਾ ਕੇ ਕੀਤੇ ਕਰਮਾਂ ਦਾ ਹਿਸਾਬ ਦੇਣਾ ਪੈਂਦਾ ਹੈ। ਸਭਨਾਂ ਨੂੰ ਧਰਮ ਰਾਏ ਦੀ ਹਜ਼ੂਰੀ ਭੁਗਤਣੀ ਪੈਂਦੀ ਹੈ। ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕਹਿ ਜਾਈ। ਸ਼ਲੋਕ ਮਹਲਾ ਤੀਜਾ। ਗੁਰਮਤਿ ਨਾਮ ਅਭਿਆਸ ਕਮਾਈ ਰੂਪੀ ਸੱਚੜਾ ਗੁਰਮਤਿ ਕਰਮ ਕਰਨ ਵਾਲਿਆਂ ਨੂੰ ਧਰਮ ਰਾਏ ਦੀ ਕਚਹਿਰੀ ਵਿੱਚ ਨਹੀਂ ਜਾਣਾ ਪੈਂਦਾ। ਹੋਰ ਸਭ ਲੇਖੇ ਅੰਦਰ ਹਨ। ਕਰਮਾਂ ਦਾ ਲੇਖਾ ਸਭ ਤੋਂ ਲਿਆ ਜਾਂਦਾ ਹੈ। ਨਹੀਂ ਲਿਆ ਜਾਂਦਾ ਤਾਂ ਨਾਮ ਅਭਿਆਸ ਕਮਾਈ ਵਾਲਿਆਂ ਪਾਸੋਂ ਨਹੀਂ ਲਿਆ ਜਾਂਦਾ। ਤਿਨਾਂ ਨੂੰ ਧਰਮ ਰਾਏ ਪਾਸ ਨਹੀਂ ਜਾਣਾ ਪੈਂਦਾ, ਸਗੋਂ ਧਰਮ ਰਾਏ ਉਹਨਾਂ ਦਾ ਹੁਕਮੀ ਬੰਦਾ ਹੋ ਕੇ ਕਾਰ ਕਮਾਵਣ ਨੂੰ ਤਤਪਰ ਰਹਿੰਦਾ ਹੈ। ਉਹ ਸਿੱਧੇ ਸੱਚੇ ਦੇ ਦਰਬਾਰ ਸੱਚਖੰਡ ਵਿਖੇ ਜਾਂਦੇ ਹਨ ਅਤੇ ਮੁੱਖ ਉਜਲਾ ਲੈ ਕੇ ਜਾਂਦੇ ਹਨ। ਉਹਨਾਂ ਦੀਆਂ ਕਰਮਾਂ ਦੀਆਂ ਮੁਸ਼ੱਕਤਾਂ ਘਾਲਾਂ ਇੱਥੇ ਹੀ ਘਾਲੀਆਂ ਜਾਂਦੀਆਂ ਹਨ। ਸਭ ਲੇਖੇ ਕਰਮ ਮੁਸ਼ੱਕਤਾਂ ਦੇ ਇੱਥੇ ਘਾਲੇ ਜਾਂਦੇ ਹਨ। ਅੱਵਲ ਤਾਂ ਨਾਮ ਅਭਿਆਸ ਸਿਫਤ ਸਲਾਹ ਰੂਪੀ ਸੱਚੜੀ ਕਮਾਈ ਵਾਲੇ ਦੁਤੀਆ ਕੋਈ ਕਰਮ ਛੁੱਟ ਨਾਮ ਕਮਾਈ ਦੇ ਕਰਦੇ ਹੀ ਨਹੀਂ। ਜਿਹੜਾ ਕੋਈ ਕਰਮ ਪਹਿਲਾਂ ਨਾਮ ਦੀ ਪ੍ਰਾਪਤੀ ਤੋਂ ਪਹਿਲਾਂ ਕੀਤਾ ਹੋਇਆ ਹੁੰਦਾ ਹੈ, ਉਸ ਦਾ ਲੇਖਾ ਉੱਥੇ ਹੀ ਮੁੱਕ ਜਾਂਦਾ ਹੈ, ਮੁੜ ਨਹੀਂ ਲਿਆ ਜਾਂਦਾ ਉਹਨਾਂ ਪਾਸੋਂ। ਸਗੋਂ ਨਾਮ ਧਿਆਵਣ ਹਾਰਿਆਂ ਉੱਜਲ ਦੀਦਾਰਿਆਂ ਦੇ ਨਾਲ ਹੋਰ ਵੀ ਕੀਤੀ ਲੁਕਾਈ ਦਾ ਇਸ ਲੇਖੇ ਤੋਂ ਛੁਟਕਾਰਾ ਹੋ ਜਾਂਦਾ ਹੈ ਅਤੇ ਹੋਰ ਵੀ ਅਨੇਕਾਂ ਦਾ ਮੁੱਖ ਉਜਲਾ ਹੋ ਜਾਂਦਾ ਹੈ। ਤਿਨਾਂ ਦੀ ਸੱਚੀ ਸੰਗਤ ਦੇ ਤੁਫੈਲ ਸਰਬੋਤਮ ਕਰਮੀ ਉੱਜਲ ਮੁਖੀਆਂ ਦੀ ਘਾਲਣਾ ਦੇ ਨਾਲ ਕਿਤੜੇ ਹੀ ਆਨ ਕਰਮ ਮੁਸ਼ੱਕਤੀਆਂ ਦੀ ਮੁਸ਼ੱਕਤ ਘਾਲੀ ਜਾਂਦੀ ਹੈ, ਕਿਤੜਿਆਂ ਦੀ ਕਰਮ ਫਾਸ ਕੱਟੀ ਜਾਂਦੀ ਹੈ। ਇਉਂ ਕਿਤੇ ਹੀ ਆਵਾਗਵਨੀ ਗੇੜ ਤੋਂ ਛੁੱਟ ਜਾਂਦੇ ਹਨ। ਸਭਨਾਂ ਦੀ ਬੰਦ ਖਲਾਸ ਹੋ ਜਾਂਦੀ ਹੈ। ਨਰਕ ਨਿਵਾਸ ਚੋਂ ਵੀ ਬੰਦ ਖਲਾਸੀ ਹੋ ਜਾਂਦੀ ਹੈ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਉਂ ਉਹਨਾਂ ਦੀ ਕਰਮਗਤ ਵੀ ਨਿਬੜ ਜਾਂਦੀ ਹੈ।
ਓੜਕ ਕਰਮਾਂ ਤੇ ਹੀ ਨਿਬੇੜਾ ਹੁੰਦਾ ਹੈ। ਅੰਤ ਨਿਬੇੜਾ ਤਾਂ ਕੀਤੀ ਛੁੱਟੀ ਨਾਲ ਵਾਲਿਆਂ ਦਾ ਹੀ ਹੁੰਦਾ ਹੈ। ਜਿਹੋ ਜਿਹਾ ਕਰਮ ਕਿਸੇ ਨੇ ਕੀਤਾ ਹੁੰਦਾ ਹੈ, ਤਿਹੋ ਜਿਹਾ ਹੀ ਉਸ ਦਾ ਨਿਬੇੜਾ ਹੋ ਰਹਿੰਦਾ ਹੈ। ਜਿਹਾ ਕੀਤੁਨ ਤੇਹਾ ਹੋਆ, ਜਿਹੇ ਕਰਮ ਕਮਾਏ। ਜਿਹਾ ਕੋਈ ਕਰਮ ਕਰਦਾ ਹੈ, ਤਿਹਾ ਹੀ ਉਹ ਓੜਕ ਇਸ ਜਗ ਵਿਖੇ ਵੀ ਪ੍ਰਸਿੱਧ ਹੋ ਜਾਂਦਾ ਹੈ। ਅੰਤੀ ਅਵਸਰ ਜਾ ਕੇ ਜਿਹੜਾ ਨਿਬੇੜਾ ਹੋਣਾ ਹੈ, ਉਹ ਤਾਂ ਹੋ ਕੇ ਹੀ ਰਹਿੰਦਾ ਹੈ। ਇੱਥੇ ਅੰਦਰ ਬਹਿ ਕੇ ਸ਼ੁਭ ਅਸ਼ੁਭ ਕਰਮ ਕਰਨ ਵਾਲਿਆਂ ਦੀ ਓੜਕ ਉਜਾਗਰਤਾ ਹੋ ਜਾਂਦੀ ਹੈ। ਧਰਮ ਕਰਮ ਕਮਾਵਣ ਹਾਰਿਆਂ ਦੀ ਮਸ਼ਹੂਰੀ ਵੀ ਹੋਏ ਬਿਨਾਂ ਨਹੀਂ ਰਹਿੰਦੀ। ਧਰਮ ਦੇ ਕਰਮ ਕਰਨ ਹਾਰੇ ਹੋਣ ਕਰਕੇ ਉਹਨਾਂ ਨੂੰ ਸਭ ਕੋਈ ਧਰਮੀ ਬੰਦੇ ਆਖਦਾ ਹੈ ਅਤੇ ਬੁਰੇ ਪਾਪ ਕਰਮ ਕਰਨ ਹਾਰਿਆਂ ਦਾ ਨਾਂ ਪਾਪੀ ਬੰਦੇ ਪੈ ਜਾਂਦਾ ਹੈ। ਪਾਪੀ ਲੋਕ ਭਾਵੇਂ ਧਰਤੀ ਵਿੱਚ ਲੁਕ ਕੇ ਵੀ ਪਾਪ ਕਰਮ ਕਮਾਵਣ, ਉਹਨਾਂ ਦੇ ਪਾਪ ਕਰਮ ਦਾ ਪਰਦਾ ਓੜਕ ਉਗੜ ਹੀ ਆਉਂਦਾ ਹੈ। ਸ਼ੁਭ ਅਸ਼ੁਭ ਕਰਮ ਦਰ ਪਰਦਾ ਕਰਨ ਵਾਲਿਆਂ ਦੀ ਸ਼ੁਭ ਅਸ਼ੁਭ ਉਜਾਗਰਤਾ ਵੀ ਇੱਕ ਪ੍ਰਕਾਰ ਉਹਨਾਂ ਦੇ ਸ਼ੁਭ ਅਸ਼ੁਭ ਕਰਮਾਂ ਦਾ ਨਿਉ ਨਿਬੇੜਾ ਹੀ ਹੈ। ਅੰਤਰ ਬਹਿ ਕੇ ਕਰਮ ਕਮਾਵੈ, ਸੋ ਚੌਕੁੰਡੀ ਜਾਣੀਐ। ਜੋ ਧਰਮ ਕਮਾਵੈ, ਤਿਸ ਧਰਮ ਨਾਉ ਹੋਵੈ। ਪਾਪ ਕਮਾਣੈ, ਪਾਪੀ ਜਾਣੀਐ। ਮਾਝ ਕੀ ਵਾਰ ਮਹਲਾ ਦੂਜਾ। ਕਰਤੇ ਪੁਰਖ ਨੇ ਆਪੇ ਹੀ ਸਭ ਜਗਤ ਉਪਾਇਆ ਹੈ ਅਤੇ ਆਪ ਹੀ ਉਪਾਇ ਕੇ ਆਪੇ ਹੀ ਸਾਰਾ ਜਗਤ ਸਿਰ ਸਿਰ ਧੰਦੇ ਲਾਇਆ ਹੈ। ਆਪੇ ਹੀ ਮੋਹ ਦੀ ਠਗੌਰੀ ਪਾਇ ਕੇ ਆਪੇ ਹੀ ਜਗਤ ਨੂੰ ਨਿਜ ਸਰੂਪ ਗਿਆਨ ਤੋਂ ਗੁੰਮਰਾਹ ਕਰਾਇਆ ਹੈ। ਮੋਹ ਠਗੌਰੀ ਦੇ ਠੱਗੇ ਹੋਇਆਂ ਦੇ ਅੰਦਰ ਤ੍ਰਿਸ਼ਨਾ ਦੀ ਅੰਧੇਰੀ ਅਗਨੀ ਭੜਕ ਉੱਠਦੀ ਹੈ ਤੇ ਉਹਨਾਂ ਦੀ ਭੁੱਖ ਤੇ ਮਿਟਦੀ ਹੀ ਨਹੀਂ। ਉਹ ਸਦਾ ਭੁੱਖੇ ਧਿਆਏ ਹੀ ਰਹਿੰਦੇ ਹਨ, ਤ੍ਰਿਪਤ ਹੀ ਨਹੀਂ ਹੁੰਦੇ। ਮੋਹ ਦਾ ਗਰਸਿਆ ਹੋਇਆ ਸੰਸਾਰ ਮੁਜੱਸਮ ਸੰਸਾ ਹੀ ਬਣ ਰਿਹਾ ਹੈ, ਸੰਸੇ ਰੂਪ ਹੀ ਹੋਏ ਰਿਹਾ ਹੈ। ਸਤਿਗੁਰ ਬਿਨਾਂ ਇਹ ਮੋਹ ਟੁੱਟਦਾ ਨਹੀਂ, ਚਾਹੇ ਸਾਰਾ ਸੰਸਾਰ ਕਿਤਨੇ ਹੀ ਹੋਰ ਅਨਮਤੀ ਕਰਮ ਕਰ ਕਰ ਥੱਕ ਰਹੇ। ਗੁਰਮਤੀ ਨਾਮ ਧਿਆਇ ਕੇ ਸਿਫਤ ਸਲਾਹ ਰੂਪੀ ਸਰਬੋਤਮ ਗੁਰਮਤ ਕਰਮ ਕਰਕੇ ਵਾਹਿਗੁਰੂ ਦਾ ਭਾਣੇ ਅੰਦਰ ਸੁਖ ਰਜ ਤ੍ਰਿਸ਼ਨ ਤ੍ਰਿਪਦ ਹੋ ਜਾਂਦਾ ਹੈ। ਉਹ ਆਪ ਤਾਂ ਉਦਰਦਾ ਹੀ ਹੈ, ਸਾਰੀ ਆਪਣੀ ਕੁਲ ਨੂੰ ਵੀ ਉਦਾਹਰਨ ਹਾਰਾ ਹੋ ਜਾਂਦਾ ਹੈ। ਉਸ ਦੇ ਜਨਨਹਾਰੀ ਮਾਤਾ ਵੀ ਧਨਤਾ ਯੋਗ ਹੋ ਜਾਂਦੀ ਹੈ। ਇਉਂ ਹਰ ਸੇਤੀ ਚਿਤ ਲਾਉਣ ਵਾਲਿਆਂ ਦੀ ਸੁਰਤ ਵੀ ਸੁਹਾਵਣੀ ਹੋ ਜਾਂਦੀ ਹੈ ਅਤੇ ਸ਼ੋਭਾ ਵੀ ਸੁਹਾਵਣੀ ਬਣ ਜਾਂਦੀ ਹੈ। ਪੌੜੀ ਤੁਧ ਆਪੇ ਜਗਤ ਉਪਾਇ ਕੈ, ਤੁਧ ਆਪੇ ਧੰਦਾ ਲਾਇਆ। ਮੋਹ ਠਗੌਲੀ ਪਾਇ ਕੈ, ਤੁਧ ਆਪੋ ਜਗਤ ਖੁਆਇਆ। ਤਿਸ਼ਨਾ ਅੰਦਰ ਅਗਨ ਹੈ, ਨਹਿ ਤਿਪਤੈ ਭੁੱਖਾ ਤਿਹਾਇਆ। ਸਹਿਸਾ ਇਹੋ ਸੰਸਾਰ ਹੈ, ਮਰ ਜੰਮੈ ਆਇਆ ਜਾਇਆ। ਬਿਨ ਸਤਿਗੁਰ ਮੋਹ ਨਾ ਟੁੱਟਈ, ਸਭ ਥੱਕੇ ਕਰਮ ਕਮਾਇਆ। ਗੁਰਮਤੀ ਨਾਮ ਧਿਆਈਐ, ਸੁਖ ਰੱਜਾ ਜਾਂ ਤੁਧ ਪਾਇਆ। ਕੁਲ ਉਧਾਰੇ ਆਪਣਾ, ਧਨ ਜਣੇਂਦੀ ਮਾਇਆ। ਸੋਭਾ ਸੁਰਤ ਸੁਹਾਵਣੀ, ਜਿਨ ਹਰ ਸੇਤੀ ਚਿਤ ਲਾਇਆ। ਵਾਰ ਮਾਝ ਕੀ। ਓੜਕ ਨਿਬੇੜਾ ਨਾਮ ਸੁਰਤੀਸ਼ਰਾਂ ਦੇ ਨਾਮ ਨਹਿ ਕਰਮੀ ਕਰਮ ਉੱਤੇ ਹੀ ਹੈ, ਜਿਸ ਨੇ ਕੋਟ ਕਰਮ ਕਰਕੇ ਨਾਲਦਿਆਂ ਦਾ ਤੇ ਕੁਲਾਂ ਦਾ ਵੀ ਉਧਾਰ ਕਰ ਦਿੱਤਾ। ਸਭ ਕੁਝ ਕਰਮਾਂ ਉੱਪਰ ਹੀ ਨਿਬੜਦਾ ਹੈ। ਆਪੋਂ ਤਾਂ ਪ੍ਰਾਣੀ ਸਭ ਕੁਝ ਹੀ ਲੈਣਾ ਲੋਚਦਾ ਹੈ। ਉਸ ਦੀ ਨਿਜ ਲੋਚਾ ਅਨੁਸਾਰ ਉਹਨੂੰ ਕੁਝ ਨਹੀਂ ਮਿਲਦਾ। ਜੇ ਆਪਣੀ ਲੋਚਾ ਅਨੁਸਾਰ ਲੋਚਿਆ ਹੋਇਆ ਹਰੇਕ ਪਦਾਰਥ ਇਸ ਅਲਪੱਗ ਪ੍ਰਾਣੀ ਨੂੰ ਮਿਲ ਜਾਵੇ ਤਾਂ ਹਰ ਕੋਈ ਭਾਗਾਂ ਵਾਲਾ ਹੋ ਕੇ ਨਾ ਬਹਿ ਜਾਵੇ, ਆਪੋ ਹੀ ਭਾਗਾਂ ਵਾਲਾ ਨਾ ਹੋਏ ਬਹੇ। ਇਹ ਤਾਂ ਜਿਸ ਕਰਤਾਰ ਨੇ ਸ੍ਰਿਸ਼ਟੀ ਰੂਪੀ ਰਚਨਾ ਦਾ ਕਾਰਨ ਕੀਤਾ ਹੈ, ਸੋਈ ਕਰਨਹਾਰ ਕਰਤਾ ਆਪਣੇ ਕੀਤੇ ਹੋਏ ਪ੍ਰਾਣੀਆਂ ਦੇ ਆਪੋ ਆਪਣੇ ਕਰਮਾਂ ਅਨੁਸਾਰ ਹੱਕੋ ਹੱਕ ਨਿਬੇੜੇ ਕਰਦਾ ਹੈ। ਉਹੀ ਰਚਨਹਾਰ ਕਰਤਾਰ ਸਭਨਾਂ ਦੀ ਸਾਰ ਲੈਂਦਾ ਹੈ। ਆਪਣੇ ਹੁਕਮ ਦੀ ਖੇਡ ਅਨੁਸਾਰ ਕਰਮ ਕਰਨਹਾਰਿਆਂ ਦੇ ਕਰਮ ਬਣਾਉਂਦਾ ਹੈ ਅਤੇ ਉਹਨਾਂ ਦੇ ਕਰਮ ਨਿਬੇੜੇ ਅਨੁਸਾਰ ਹੀ ਕਰਮ ਕਰਾਉਂਦਾ ਹੈ। ਓੜਕ ਅੰਤ ਨਿਬੇੜੇ ਵਾਲੇ ਕਰਮ ਕਰਾਏ ਕੇ ਉਹਨਾਂ ਦਾ ਅੰਤ ਨਿਬੇੜਾ ਕਲਿਆਣ ਮੁਕਤੇੜਾ ਕਰ ਦਿੰਦਾ ਹੈ। ਯਥਾ ਗੁਰਵਾਕ। ਆਪਣ ਲੀਆ ਜੇ ਮਿਲੈ ਤਾਂ ਸਭ ਕੋ ਭਾਗਟ ਹੋਏ। ਕਰਮਾਂ ਉੱਪਰ ਨਿਬੜੈ ਜੇ ਲੋਚੈ ਸਭ ਕੋਏ। ਨਾਨਕ ਕਰਣਾ ਜਿਨ ਕੀਆ ਸੋਈ ਸਾਰ ਕਰੇ। ਹੁਕਮ ਨ ਜਾਪੀ ਖਸਮ ਕਾ ਕਿਸੈ ਵਡਾਈ ਦੇ। ਗੌੜੀ ਬੈਰਾਗਣ ਮਹਲਾ ਪਹਿਲਾ। ਉੱਥੇ ਕਿਸੇ ਹੁਕਮੋਂ ਮੁਨਹਰਿਫ ਆਕੀ ਬੰਦੇ ਨੂੰ ਕਦੇ ਵਡਾਈ ਮਿਲਦੀ ਹੈ? ਜਿਸ ਕਿਸੀ ਨੇ ਕਰਤੇ ਪੁਰਖ ਸੱਚੜੇ ਖਸਮ ਦਾ ਸੱਚੜਾ ਹੁਕਮ ਵਾਹਿਗੁਰੂ ਨਾਮ ਨਹੀਂ ਜਪਿਆ, ਉਸ ਨੂੰ ਨਾ ਮਿਲਦੀ ਹੈ, ਨਾ ਮਿਲੀ, ਨਾ ਮਿਲ ਸਕਦੀ ਹੈ। ਜਿਹੋ ਜਿਹੇ ਕੋਈ ਕਰਮ ਕਮਾਉਂਦਾ ਹੈ, ਤਿਨਾਂ ਕਰਮਾਂ ਅਨੁਸਾਰ ਤਿਸ ਨੂੰ ਤਿਹੋ ਜਿਹੇ ਹੀ ਫਲ ਮਿਲਦੇ ਹਨ। ਕਰਮ ਫਲ ਪ੍ਰਦਾਤਾ ਤਾਂ
ਕਰਤਾਰ ਹੀ ਹੈ, ਪਰ ਨਿਬੇੜਾ ਕਰਮਾਂ ਅਨੁਸਾਰ ਕਰਦਾ ਹੈ। ਨਿਬੇੜਾ ਕਰਨਹਾਰ ਫਲ ਦੇਣਹਾਰ ਉਹ ਹੈ, ਕਰਮਾਂ ਉੱਪਰ ਹੀ ਨਿਬੜਦਾ ਹੈ। ਜੇ ਵੇਹੇ ਕਰਮ ਕਮਾਉਂਦਾ ਤੇ ਵੇਹੇ ਫਲਤੇ। ਗੌੜੀ ਕੀ ਵਾਰ ਮਹਲਾ ਚੌਥਾ। ਇਸ ਗੁਰਵਾਕ ਦੇ ਭਾਵ ਤੋਂ ਸਪਸ਼ਟ ਇਹ ਗੱਲ ਨਿਤਰਦੀ ਹੈ ਕਿ ਜੈਸੇ ਕੋਈ ਕਰਮ ਕਮਾਉਂਦਾ ਹੈ, ਤੈਸੇ ਹੀ ਉਹਨਾਂ ਕਰਮਾਂ ਦੇ ਅਨੁਸਾਰ ਉਸ ਨੂੰ ਫਲ ਮਿਲਦੇ ਹਨ। ਤਿਹੋ ਜਿਹੇ ਕਰਮ ਹੀ ਫਲਦੇ ਹਨ, ਜਿਹੋ ਜਿਹੇ ਕਰਮ ਕੋਈ ਕਮਾਉਂਦਾ ਹੈ। ਕਰਮਾਂ ਦੇ ਫਲਾਂ ਦਾ ਦੇਣਹਾਰ, ਦਾਤਾਰ, ਕਰਤਾਰ, ਕਰਮ ਵਿਦਾਤਾ ਆਪ ਹੈ। ਪਰ ਕੀਤੇ ਕਰਮਾਂ ਉੱਤੇ ਹੀ ਅੰਤ ਨਿਬੇੜਾ ਹੁੰਦਾ ਹੈ। ਕੀਤੇ ਕਰਮ ਹੀ ਕਰਮਾਂ ਦੇ ਬੀਜ ਅਨੁਸਾਰ ਫਲਦੇ ਹਨ। ਬੀਜ ਨੂੰ ਫਲ ਦੇਣਹਾਰਾ ਵਾਹਿਗੁਰੂ ਕਰਤਾਰ ਹੈ। ਨਾ ਕਰਮਾਂ ਨੂੰ ਕਰਨਹਾਰਾ ਇਹ ਫਲ ਮਾਰ ਸਕਦਾ ਹੈ ਕਿ ਮੈਂ ਕਰਮਾਂ ਦਾ ਫਲ ਲਿਆ ਹੈ, ਨਾ ਹੀ ਕਰਮ ਆਪੋਂ ਫਲਣ ਦੀ ਸੱਤਿਆ ਰੱਖਦੇ ਹਨ। ਨਿਰਜੀਵ ਕਰਮ ਆਪੋਂ ਸੁਫਲ ਫਲਣ ਦੀ ਸੱਤਿਆ ਤੋਂ ਹੀਣ ਹਨ। ਇਹ ਤਾਂ ਉਸ ਬੀਜ ਦੀ ਨਿਆਈ ਹਨ ਜਿਸ ਨੂੰ ਕਿਰਸਾਨ ਬੀਜਦਾ ਹੈ। ਤਿਸ ਬੀਜ ਦਾ ਅੰਕੁਰ ਤਦੋਂ ਹੀ ਉਗਵਦਾ ਹੈ ਜਦੋਂ ਕਿਰਸਾਨ ਬੋਏ ਬੀਜ ਦੀ ਬਿਜਾਈ ਸੁਗੜਤਾ ਨਾਲ ਕਰਦਾ ਹੈ। ਧਰਤੀ ਨੂੰ ਵਾਹ ਕੇ, ਸੁਹਾਗ ਕੇ ਸੁਮੋਸਮਾ ਬੀਜ ਬੀਜਦਾ ਹੈ। ਬੀਜ ਬੋ ਕੇ ਬੀਜੇ ਖੇਤ ਦੀ ਰਖਵਾਲੀ ਲਈ ਵਾੜ ਕਰਦਾ ਹੈ। ਉਗਵੇ ਬੀਜ ਦੀ ਅੰਕੁਰਿਤ ਖੇਤੀ ਦੀ ਸਮੇਂ-ਸਮੇਂ ਸਿਰ ਸਿੰਜਾਈ ਕਰਦਾ ਹੈ। ਖੇਤੀ ਨੂੰ ਸਿੰਜ ਸਵਾਰ ਕੇ ਉਸ ਦੀ ਗੁਡਾਈ ਕਰਦਾ ਹੈ। ਉਗਵੀ ਖੇਤੀ ਨੂੰ ਗੁੱਡ ਕੇ ਵਿੱਚੋਂ ਘਾਸ ਫੂਸ ਆਦਿਕ ਸਭ ਸਾਫ਼ ਕਰ ਦਿੰਦਾ ਹੈ। ਤਦ ਖੇਤੀ ਇਤਨੀ ਕਮਾਈ ਕੀਤਿਆਂ ਹੀ ਸਫਲ ਫੁੱਲਣ ਦੀ ਸੂਰਤ ਅਖਤਿਆਰ ਕਰਦੀ ਹੈ। ਇਤਨੀ ਕਮਾਈ ਕਰਦਿਆਂ ਕਮਾਈ ਕਰਨਹਾਰਾ ਫੇਰ ਵੀ ਦਾਅਵਾ ਨਹੀਂ ਬਣ ਸਕਦਾ ਕਿ ਉਸ ਦੀ ਕਮਾਈ ਉਸ ਦੀ ਐਨ ਇੱਛਾ ਅਨੁਸਾਰ ਫਲੀਭੂਤ ਹੋਵੇਗੀ। ਕਮਾਈ ਨੂੰ ਫਲ ਦੇਣਾ, ਸੁਫਲ ਫਲਾਉਣਾ ਕਰਨੇਹਾਰ ਕਰਤਾਰ ਦੇ ਵੱਸ ਹੈ। ਜੇ ਉਹੀ ਚਾਹੇ ਤਾਂ ਖੜੀ ਖੇਤੀ ਨੂੰ ਗੜੇ ਮਾਰ ਤੋਂ ਬਚਾਵੇ ਅਤੇ ਹੋਰ ਅਨੇਕ ਪ੍ਰਕਾਰ ਦੀਆਂ ਅਲਾਵਾਂ ਬਲਾਵਾਂ ਤੋਂ ਰੱਖਿਆ ਕਰੇ। ਪੱਕੀ ਅਤੇ ਪੱਕ ਕੇ ਫਲਣਹਾਰ ਵੱਡੀ ਹੋਈ ਲਾਣ ਢੋ ਢੁਆਈ ਨੂੰ ਸਿਰੇ ਲਾਵੇ। ਪਿੜ ਵਿੱਚ ਗਾਹੇ ਲਾਣ ਚੋਂ ਅਥੱਕ ਮਿਹਨਤ ਕੀਤਿਆਂ ਤੋੜ ਪੁਚਾਵੇ ਅਤੇ ਦਾਣਾ ਫੱਕਾ ਘਰ ਲਿਆ ਕੇ ਬੋਲਾਂ ਤੋਂ ਬੁਖਾਰ ਭਰਾਵੇ। ਇਸ ਸਾਰੀ ਘਾਲੀ ਮੁਸ਼ੱਕਤ ਵਿੱਚ ਮੁਸ਼ੱਕਤ ਘਾਲਣਹਾਰਾ ਅਲਪੱਗ ਇਨਸਾਨ ਰੰਚਕ ਡੀਂਗ ਨਹੀਂ ਮਾਰ ਸਕਦਾ ਕਿ ਮੇਰੀ ਕੀਤੀ ਹੋਈ ਕਮਾਈ ਆਪੋਂ ਸਫਲ ਹੋਈ ਹੈ ਜਾਂ ਮੇਰੀ ਹੀ ਮਿਹਨਤ ਮੁਸ਼ੱਕਤ ਨਾਲ ਦਸਤਯਾਬ ਹੋਈ ਹੈ। ਇਨਸਾਨ ਅਲਪੱਗ ਕਿਰਸਾਨ ਤਾਂ ਬੀਜ ਬੋ ਕੇ ਲੰਬੇ ਹੁੰਦਾ ਹੈ। ਉਸ ਦੇ ਮਿੱਠੇ ਬੀਜ ਦੇ ਉਗਵਣ ਦਾ, ਹਰਾ ਭਰਾ ਹੋਣ ਦਾ, ਇੱਕ ਬੀਜ ਤੋਂ ਅਨੇਕਾਂ ਬੀਜਾਂ ਵਾਲੇ ਸਿੱਟੇ ਲੱਗਣ ਦਾ ਜੋ ਸਾਰਾ ਕੁਦਰਤ ਕਾਇਨਾਤੀ ਸਿਲਸਿਲਾ ਹੈ, ਉਹ ਸਭ ਕਰਤਾਰ ਕਰਨਹਾਰ ਦੇ ਹੱਥ ਵੱਸ ਹੈ। ਇਨਸਾਨ ਦੀ ਅਕਲ ਹੈਰਾਨ ਹੈ ਕਿ ਕਿਵੇਂ ਹਰੀ ਅੰਗੂਰੀ ਲਹਿਲਾਉਂਦੀ ਹੈ, ਕਿਵੇਂ ਅੰਗੂਰੀ ਤੋਂ ਸ਼ਗੂਫੇ ਉਗਵ ਕੇ ਖਿੜਦੇ ਹਨ ਅਤੇ ਸੋਹਣੇ ਫੁੱਲਾਂ ਦੀ ਸੁੰਦਰ ਸ਼ਕਲ ਸੂਰਤ ਅਖਤਿਆਰ ਕਰਦੇ ਹਨ, ਕਿਵੇਂ ਫੁੱਲਾਂ ਤੋਂ ਪਿੱਛੋਂ ਫੇਰ ਭਾਂਤ-ਭਾਂਤ ਦੇ ਫਲ ਲੱਗ ਕੇ ਸਫਲਦੇ ਹਨ। ਇਹ ਸਾਰੀ ਗੁਪਤ ਕਲਾ ਕਾਇਨਾਤੀ ਕੁਦਰਤ ਦੇ ਮਾਲਕ ਕਰਤਾਰ ਦੀ ਸਾਨਿਆ ਹੈ। ਵਿੱਚ ਕਰ ਲਈ ਸਾਨਈ ਖੇਡ ਸਭ ਕਰਤਾਰ ਦੀ ਕੀਤੀ ਵਰਤਦੀ ਹੈ। ਇਸ ਕੁਦਰਤੀ ਗੇਜ ਵਿੱਚ ਗਿੱਜੀ ਹੋਈ ਅਤੇ ਗਿੱਜ ਕੇ ਮਟਰੋੜ ਹੋਈ ਵੀ ਇਨਸਾਨੀ ਅਲਪੱਗ ਅਕਲ ਵਿਸਮਾਦ ਵਿੱਚ ਨਹੀਂ ਆਉਂਦੀ। ਕਦੇ ਕਦਾਈ ਚੱਕਰਿਤ ਹੈਰਾਨਤਾ ਹੁੰਦੀ ਹੈ, ਚੌਂਦੀ ਵਿੱਚ ਆ ਕੇ ਹੂ ਕਰ ਛੱਡਦੀ ਹੈ ਤੇ ਕੁਦਰਤ ਵਿੱਚ ਕਰਨਹਾਰ ਕਾਦਰ ਕਰਤਾਰ ਦਾ ਜ਼ਹੂਰ ਨਹੀਂ ਮਹਿਸੂਸ ਕਰਦੀ। ਇਸਤਰੀ ਪੁਰਸ਼ ਦਾ ਸੰਜੋਗ ਭੋਗ ਹੁੰਦਾ ਹੈ। ਉਹ ਆਪੋ ਆਪਣੀ ਕਾਮਨਾ ਅਰਥ ਭੋਗ ਕੇ ਲਾਂਭੇ ਹੁੰਦੇ ਹਨ, ਪਰ ਉਹਨਾਂ ਨੂੰ ਰਾਈ ਮਾਤਰ ਵੀ ਮਹਿਸੂਸ ਨਹੀਂ ਹੁੰਦਾ ਕਿ ਕਿਵੇਂ ਗਰਭ ਹੁੰਦਾ ਹੈ, ਕਿਵੇਂ ਬਿੰਦ ਤੇ ਪਿੰਡ ਬਣਦਾ ਹੈ, ਕਿਵੇਂ ਉਸ ਬਣੇ ਪਿੰਡ ਪੁਤਲੇ ਅੰਦਰ ਜਾਨ ਪੈਂਦੀ ਹੈ, ਕਿਵੇਂ ਜੀਵ ਸੱਤਾ ਮਿਲਦੀ ਹੈ, ਕਿਵੇਂ ਗਰਭਕੁੰਟ ਦੀ ਅਗਨੀ ਤੋਂ ਜੀਵ ਬਚ ਕੇ ਮਾਤਾ ਦੇ ਉਦਰ ਵਿੱਚ ਪਾਲਣਾ ਪੋਸਣਾ ਪਾਉਂਦਾ ਹੈ। ਇਸ ਸਾਰੀ ਖੇਡ ਵਿੱਚ ਗੁਪਤ ਹੱਥ ਕਰਨਹਾਰ ਕਰਤਾਰ ਦਾ ਹੈ। ਜਿਵੇਂ ਉਹ ਅਗੰਮ ਅਗੋਚਰ ਅਤੇ ਨਿਰਾਲਮ ਹੈ, ਤਿਵੇਂ ਉਸ ਦੀ ਖੇਡ ਕਾਦਰ ਦੀ ਕੁਦਰਤ ਵੀ ਅਗੰਮ ਹੈ, ਅਲਪੱਗ ਇਨਸਾਨੀ ਅਕਲ ਦੀ ਪਹੁੰਚ ਤੋਂ ਅਗੋਚਰ ਹੈ। ਇਸ ਅਸ਼ਕਤਤਾ ਵਿੱਚ ਜੰਮਿਆ ਪਲਿਆ ਜੋ ਆਪਣੀ ਸੰਭਾਲ ਆਪ ਨਹੀਂ ਕਰ ਸਕਦਾ, ਕੀ ਡੀਂਗ ਮਾਰ ਸਕਦਾ ਹੈ ਕਿ ਉਸਨੇ ਆਪਣੇ ਕਰਤਵ ਨਾਲ ਹੀ ਇਹ ਇਨਸਾਨੀ ਸੂਰਤ ਅਖਤਿਆਰ ਕੀਤੀ ਹੈ। ਜੀਵ ਦੇ ਕਰਮਾਂ ਵਿੱਚ ਵੀ ਅਲਪੱਗ ਜੀਵ ਦੀ ਕੁਝ ਕਮਾਈ ਸਮਾਈ ਨਹੀਂ ਚਲਦੀ। ਅਲਪੱਗ ਅਕਲ ਦੀ ਸੁਕਰਮਾਂ ਦੀ ਸੁਫਲ ਫਲਾਣੀ ਖੇਡ ਵਿੱਚ ਕੱਖ ਵੀ ਚਾਰਾ ਜੋਈ ਨਹੀਂ ਹੋ ਸਕਦੀ।
ਹਾਂ, ਨਿਬੇੜਾ ਉਸ ਦੇ ਕਰਮ ਤੇ ਹੁੰਦਾ ਹੈ। ਓੜਕ ਦੀ ਫਲ ਪ੍ਰਤੁੱਠਤਾ ਉਸ ਦੇ ਕਰਮਾਂ ਅਨੁਸਾਰ ਹੀ ਨਿਬੜਦੀ ਹੈ। ਜੀਵ ਨੂੰ ਉਸ ਦੇ ਅੰਧੇ ਕੰਮਾਂ ਦੀ ਅੰਧ ਮਤ ਅਨੁਸਾਰ ਕੀਤੇ ਕਰਮਾਂ ਦੀ ਅੰਧੀ ਸਜ਼ਾਏ ਜ਼ਰੂਰ ਮਿਲਦੀ ਹੈ। ਉਸ ਦੀ ਨਿਜ ਘਾਲੀ ਘਾਲ ਸਭ ਅਜਾਈਂ ਹੀ ਜਾਂਦੀ ਹੈ। ਅਲਪੱਗ ਜੀਵ ਨਿਕੰਮੇ ਕੰਮਾਂ ਨੂੰ ਚਮ ਚਿੱਚੜ ਹੋ ਕੇ ਐਵੇਂ ਚਿਮੜੇ ਰਹਿੰਦੇ ਹਨ। ਉਸ ਦੇ ਅੰਤੀ ਫਲ ਨੂੰ ਨਹੀਂ ਵਿਚਾਰਦੇ, ਵਿਚਾਰ ਸਕਦੇ ਹੀ ਨਹੀਂ। ਫਲਦਾਈ ਅੰਤ ਫਲ ਸਿੱਟੇ ਨੂੰ ਨਹੀਂ ਵਿਚਾਰਦੇ, ਨਾ ਹੀ ਮੂਲ ਦੀ ਤਹਿ ਤੇ ਜਾਂਦੇ ਹਨ। ਜਾ ਸਕਦੇ ਹੀ ਨਹੀਂ, ਐਵੇਂ ਡਾਲੀ ਨੂੰ ਹੀ ਲੱਗੇ ਰਹਿੰਦੇ ਹਨ। ਡਾਲੀ ਲਾਗੈ ਨਿਹਫਲ ਜਾਏ, ਅੰਧੀ ਕੰਮੀ ਅੰਧ ਸਜ਼ਾਏ। ਆਸਾ ਮਹਲਾ ਤੀਜਾ। ਅੰਧੇ ਅਕਲੀ ਬਾਹਰੇ ਕੰਮ ਵੀ ਅੰਧਲੇ ਹੀ ਹਨ। ਅੰਧੇ ਕੰਮਾਂ ਦੀ ਸਜ਼ਾ ਵੀ ਇਹੋ ਜਿਹੀ ਹੀ ਨਿਬੜਦੀ ਹੈ। ਓੜਕ ਨਿਬੇੜਾ ਕਰਮਾਂ ਉੱਤੇ ਹੀ ਹੈ। ਮੂੜਮਤੀ ਮਨੁੱਖ ਨੂੰ ਚੰਗੇ ਕਰਮਾਂ ਦਾ ਚੰਗਾ ਫਲ ਜਦੋਂ ਮਿਲਦਾ ਹੈ ਤਾਂ ਉਹਨਾਂ ਚੰਗੇ ਫਲ ਵਾਲੇ ਕਰਮਾਂ ਨੂੰ ਆਪਣੇ ਕੀਤੇ ਕਰਮ ਮੰਨਦਾ ਹੈ ਅਤੇ ਮੰਦ ਸਜ਼ਾਈ ਵਾਲੇ ਕਰਮੀ ਦਾ ਦੋਸ਼ ਦੂਜਿਆਂ ਤੇ ਲਾਉਂਦਾ ਹੈ। ਆਪ ਇਹਨਾਂ ਕਰਮਾਂ ਦਾ ਜ਼ਿੰਮੇਵਾਰ ਸਜ਼ਾ ਦੇਣਹਾਰ ਨੂੰ ਹੀ ਬਣਾਉਂਦਾ ਹੈ। ਦੱਦੈ ਦੋਸ ਨਾ ਦੇਊ ਕਿਸੈ, ਦੋਸ ਕਰਮਾਂ ਆਪਣਿਆਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ। ਆਸਾ ਮਹਲਾ ਪਹਿਲਾ ਪੱਟੀ। ਆਪਣਾ ਕੀਤਾ ਆਪ ਹੀ ਪਾਉਣਾ ਪੈਂਦਾ ਹੈ। ਇਹੋ ਤਾਂ ਸਿਰੋਂ ਸਿਰ ਕਰਮਾਂ ਤੇ ਨਿਬੇੜੇ ਦਾ ਪਰਪੱਕ ਅਸੂਲ ਹੈ, ਜੋ ਐਨ ਗੁਰਮਤ ਅਨੁਕੂਲ ਹੈ। ਜਿਹੀ ਕਰਨੀ ਤੇਹੀ ਭਰਨੀ ਵਾਲੇ ਕਰਮ ਨਿਬੇੜੇ ਪ੍ਰਥਾਏ ਇਹ ਗੁਰਵਾਕ ਉਚਾਰਨ ਹੋਇਆ ਹੈ। ਪੌੜੀ। ਜਿਤ ਸੇਵਿਆ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਐ। ਮੰਦਾ ਮੂਲ ਨਾ ਕੀਚਈ, ਦੇ ਲੰਮੀ ਨਦਰ ਨਿਹਾਲੀਐ। ਜਿਉ ਸਾਹਿਬ ਨਾਲ ਨਾ ਹਾਰੀਐ, ਤੇ ਵੇਹਾ ਪੰਸਾ ਢਾਲੀਐ। ਕਿਛ ਲਾਹੇ ਉੱਪਰ ਘਾਲੀਐ। ਆਸਾ ਦੀ ਵਾਰ। ਭਾਵ ਸਦਾ ਕਰਨੀ ਸਿਫਤ ਸਲਾਹ, ਨਾਮ ਅਭਿਆਸ ਰੂਪੀ ਸ਼ੁਭ ਕਰਨੀ ਹੀ ਹੈ। ਸਲਾਹੁਣ ਯੋਗ ਸੱਚੇ ਸਲਾਹੀ, ਸਾਹਿਬ ਦੀ ਸਿਮਰਨ ਰੂਪੀ ਸੇਵਾ। ਸਦਾ ਤੋੜ ਨਿਭਣੀ ਸੇਵਾ ਹੀ ਸਫਲ ਸੁਕਰਣੀ ਹੈ। ਅਤੇ ਤੋੜ ਨਿਭਣੇ ਸੱਚੇ ਸੁਖ ਆਤਮ ਸੁਖ ਦਾ ਮੂਲ ਕਾਰਨ ਹੈ। ਅਤੇ ਬੁਰੇ ਕੰਮਾਂ ਦੀ ਬੁਰੀ ਘਾਲਨਾ ਦੁਆਰਾ ਕੀਤੀ ਖੋਟੀ ਕਰਮ ਕਮਾਈ ਖੋਟੇ ਅਤੇ ਬੁਰੇ ਕਰਮ ਫਲਾਂ ਦੀ ਹੀ ਸਜ਼ਾਏ ਦਾਤੀ ਹੈ। ਆਪੋ ਆਪਣੀ ਕਰਨੀ ਦਾ ਕੀਤਾ ਫਲ ਜ਼ਰੂਰ ਭੁਗਤਣਾ ਪੈਂਦਾ ਹੈ। ਜੇ ਗੱਲ ਨਿਸ਼ਚਿਤ ਹੋਵੇ ਕਿ ਆਪਣਾ ਕੀਤਾ ਆਪ ਅਵਸ਼ ਹੀ ਪਾਉਣਾ ਪੈਂਦਾ ਹੈ ਤਾਂ ਘਾਲ ਬੁਰੀ ਕਿਉਂ ਘਾਲੀ ਜਾਏ। ਬੁਰੇ ਕਰਮਾਂ ਰੂਪੀ ਬੁਰੀ ਕਰਨੀ ਕਿਉਂ ਕੀਤੀ ਜਾਏ। ਮੰਦੇ ਕੰਮ ਕਰਮਾਂ ਦਾ ਮੰਦਾ ਨਤੀਜਾ ਜ਼ਰੂਰ ਨਿਕਲਣਾ ਹੈ। ਜੇ ਇਹ ਗੱਲ ਨਿਸ਼ਚੇ ਹੋਵੇ ਅਤੇ ਦੂਰ ਅੰਦੇਸ਼ੀ ਵਾਲੀ ਲੰਮੀ ਨਜ਼ਰ ਨਾਲ ਨਿਹਾਰ ਕੇ ਦੇਖਿਆ ਜਾਵੇ ਕਿ ਮੰਦੀ ਕੰਮੀ ਕੀਤਾ ਕਰਮਿਆਂ ਨਤੀਜਾ ਜਦ ਕਦ ਮੰਦਾ ਹੁੰਦਾ ਹੈ, ਤਾਂ ਤੇ ਐਸੀ ਲੰਮੀ ਸੋਚ ਵਾਲੇ ਪੁਰਸ਼ਾਂ ਨੂੰ ਮੰਦਾ ਕਰਮ ਮੂਲੋਂ ਹੀ ਨਹੀਂ ਕਰਨਾ ਚਾਹੀਦਾ। ਕਰਮਾਂ ਦੀ ਬਾਜ਼ੀ ਦਾ ਐਸਾ ਪਾਂਸਾ ਢਾਲਣਾ ਚਾਹੀਦਾ ਹੈ ਜਿਸ ਨੂੰ ਕਿ ਸੱਚੇ ਸਾਹਿਬ ਦੁਆਰੇ ਹਾਰ ਕੇ ਨਾ ਜਾਈਏ। ਸੱਚੇ ਸਾਹਿਬ ਨਾਲ ਸੱਚੀ ਸਿਫਤ ਸਲਾਹ ਸੁਕ੍ਰਿਤ ਕਰਨੀ ਹੀ ਐਸੀ ਬਾਜ਼ੀ ਲਾਉਣੀ ਚਾਹੀਦੀ ਹੈ ਜਿਸ ਦੁਆਰਾ ਜਿੱਤ ਕੇ ਹੀ ਜਾਈਏ ਅਤੇ ਸੱਚੇ ਸਾਹਿਬ ਦੇ ਦਰਬਾਰ ਜਾ ਪ੍ਰਵਾਨ ਪਈਏ। ਇਉਂ ਮਨੁੱਖਾ ਜਨਮ ਨੂੰ ਸਫਲਾ ਤੇ ਸੁਹੇਲਾ ਕਰ ਜਾਈਏ। ਸੱਚੇ ਲਾਹੇ ਵਾਲੀ ਘਾਲ ਸੇਵਾ ਕਮਾਈ, ਸੱਚੜੀ ਸਿਫਤ ਸਲਾਹੀ ਕਰਮ ਰੂਪੀ ਗੁਰਮਤ ਨਾਮ ਅਭਿਆਸ ਕਮਾਈ ਹੈ ਅਤੇ ਨਾਮ ਦੇ ਲਾਹੇ ਵਾਲੀ ਬਾਜ਼ੀ ਲਾਉਣੀ ਹੀ ਸਫਲ ਕਮਾਈ ਹੈ। ਜਿਤਨੇ ਵੀ ਸੰਸਾਰ ਦੇ ਜੀਆ ਜੰਤ ਹਨ, ਸਾਰੇ ਹੀ ਆਪੋ ਆਪਣੇ ਕਰਮਾਂ ਦੀ ਭੁਗਤਣੀ ਭੁਗਤਦੇ ਹਨ ਅਤੇ ਉਹਨਾਂ ਕਰਮਾਂ ਵਿੱਚ ਹੀ ਪ੍ਰਵਿਰਤ ਹੁੰਦੇ ਹਨ ਜੋ ਪੂਰਬਲੇ ਕਿਰਤ ਕਰਮਾਂ ਦੀ ਭੁਗਤਣੀ ਭੁਗਤਾਉਣੇ ਹੁੰਦੇ ਹਨ। ਸਾਰੇ ਆਨਮਤ ਕਰਮਾਂ ਦਾ ਅੰਤ ਇਹੀ ਹੁੰਦਾ ਹੈ ਕਿ ਮੁੜ-ਮੁੜ ਜੂਨੀ ਪਾਏ ਨੂੰ ਕਰਮ ਸਜ਼ਾਈਆਂ ਹੀ ਭੋਗਣੀਆਂ ਪੈਂਦੀਆਂ ਹਨ। ਅਨੇਕ ਜੂਨੀਆਂ ਦੇ ਜੀਆ ਜੰਤ ਜਿੱਥੇ ਵੀ ਦੇਖੋ ਆਪੋ ਆਪਣੇ ਕਰਮਾਂ ਵਿੱਚ ਲੱਗੇ ਹੋਏ ਹਨ। ਆਪਣੇ ਆਪ ਨਹੀਂ ਲੱਗੇ, ਨਿਜ ਕਰਮਾਂ ਦੀ ਗਤੀ ਅਨੁਸਾਰ ਪੂਰਬਲੀ ਕਰਮ ਭੋਗ ਭਾਗਤੀ ਲਿਖਤ ਅਨੁਸਾਰ ਹੀ ਲਾਏ ਹੋਏ ਹਨ। ਨਾਨਾ ਪ੍ਰਕਾਰੀ ਕਰਮਾਂ ਵਿੱਚ ਲੱਗ ਕੇ ਰਚ ਮਿਚ ਕੇ ਖੱਜਲ ਹੋਏ ਪਏ ਹਨ। ਇਹ ਆਨਮਤ ਕਰਮ ਸੁਖ ਫਲ ਦਾਤੇ ਕਦੇ ਵੀ ਨਹੀਂ, ਕਰਮਾਂ ਦੇ ਗੇੜ ਵਿੱਚ ਹੀ ਭੌਂਦੇ ਫਿਰਦੇ ਹਨ। ਕਰਮ ਗਤੀ, ਕਰਮ ਸਜ਼ਾਈ, ਸਜ਼ਾ ਰੂਪੀ ਕਰਮ ਕਮਾਉਂਦੇ ਫਿਰਦੇ ਹਨ। ਆਨਮਤ ਕਰਮ ਕੀਤਿਆਂ ਕਾਲ ਫਾਂਸ ਵਿੱਚ ਅਜਿਹੇ ਪਈਦਾ ਹੈ ਕਿ ਜਿਸ ਤੋਂ ਛੁੱਟਣ ਦਾ ਉਪਾਅ ਕੋਈ ਸੁਝਦਾ ਹੀ ਨਹੀਂ, ਜਿਸ ਤੋਂ ਛੁੱਟਣ ਦੀ ਕੋਈ ਵਿਧੀ ਬਣਦੀ ਹੀ ਨਹੀਂ।
ਮੁੜ-ਮੁੜ ਜੋਨੀਆਂ ਵਿੱਚ ਭਰਮਦੇ ਮੁੜ-ਮੁੜ ਕਾਲ ਫਾਂਸ ਵਿੱਚ ਪੈਣਾ ਪੈਂਦਾ ਹੈ ਅਤੇ ਕਾਲ ਫਾਂਸ ਸਹਿਣ ਦੀ ਤੇ ਮੁੜ-ਮੁੜ ਜੂਨੀਆਂ ਵਿੱਚ ਪੈਣ ਦੀ ਬਿਉਂਤ ਕਰਮਾਂ ਅਨੁਸਾਰ ਹੀ ਬਣਦੀ ਹੈ, ਫਸਣ ਦੀ ਅਤੇ ਛੁੱਟਣ ਦੀ ਬਿਧ। ਜੀ ਜੰਤ ਜਹਾਂ ਜਹਾਂ ਲਗ ਕਰਮ ਕੇ ਬਸ ਜਾਏ, ਕਾਲ ਫਾਂਸ ਅਬਦ ਲਾਗੇ ਕਛ ਨਾ ਚਲੈ ਉਪਾਏ। ਆਸਾ ਰਵਿਦਾਸ ਜੀਓ। ਕਰਮਾਂ ਦਾ ਖੇਤ ਐਸਾ ਹੈ ਕਿ ਇਸ ਵਿੱਚ ਜਿਹਾ ਕੋਈ ਬੀਜ ਬੀਜਦਾ ਹੈ ਤੇ ਹੀ ਫਲ ਲੁਣਦਾ ਹੈ। ਅਕਿਰਤ ਘਣਾ ਨੇ ਵਾਹਿਗੁਰੂ ਤੋਂ ਬੇਮੁਖਤਾਈ ਦਾ ਬੀਜ ਬੀਜਿਆ ਹੈ, ਤਿਸ ਦਾ ਫਲ ਤਿਨਾਂ ਨੂੰ ਇਹ ਮਿਲਦਾ ਹੈ ਕਿ ਉਹ ਜੂਨੀਆਂ ਵਿੱਚ ਪਏ ਭਰਮਦੇ ਫਿਰਦੇ ਹਨ। ਜੈਸਾ ਬੀਜੈ ਸੋ ਲੁਣੈ, ਕਰਮ ਇਹੋ ਖੇਤ, ਅਕਿਰਤ ਘਣਾ ਹਰ ਵਿਸਰਿਆ, ਜੂਨੀ ਭਰਮੇਤ। ਵਾਰ ਜੈਤਸਰੀ। ਜਿਹਾ ਕੋਈ ਕਰਮ ਕਮਾਉਂਦਾ ਹੈ ਤਿਹਾ ਹੀ ਉਸ ਦਾ ਨਿਬੇੜਾ ਹੁੰਦਾ ਹੈ। ਜੋ ਭਲੇ ਕਰਮ ਕਮਾਉਂਦਾ ਹੈ ਤਾਂ ਉਸ ਦਾ ਅੱਗੇ ਭਲਾ ਹੋ ਜਾਂਦਾ ਹੈ। ਜੋ ਸਭ ਤੋਂ ਸ੍ਰੇਸ਼ਟ ਕਰਮ ਕਰਦਾ ਹੈ ਉਸ ਦਾ ਫਲ ਉਸ ਨੂੰ ਇਹ ਮਿਲਦਾ ਹੈ ਕਿ ਅੰਮ੍ਰਿਤ ਨਾਮ ਫਲ ਦਾਤ ਦਾ ਵਰਤਾਰਾ ਉਸ ਦੇ ਉੱਪਰ ਆਪ ਕਰਮ ਫਲ ਦਾਤਾ ਵਾਹਿਗੁਰੂ ਵਰਤਾ ਦਿੰਦਾ ਹੈ। ਜਿਹੇ ਕਰਮ ਕਮਾਏ ਤਿਹਾ ਹੋਏ ਸੀ, ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ। ਸੂਹੀ ਮਹੱਲਾ ਪਹਿਲਾ। ਜੈਸੀ ਜੋ ਕਿਸੇ ਦੀ ਸੇਵਾ ਪੂਜਾ ਕਰਦਾ ਹੈ ਤੈਸਾ ਹੀ ਉਹ ਹੋ ਰਹਿੰਦਾ ਹੈ ਅਤੇ ਤਿਹੋ ਜਿਹੇ ਹੀ ਉਹ ਕਰਮ ਕਮਾਉਣ ਲੱਗ ਪੈਂਦਾ ਹੈ। ਇਸ ਬਿਧ ਆਪਣਾ ਬੀਜਿਆ ਆਪ ਹੀ ਖਾਂਦਾ ਹੈ, ਸ਼ਿਕਵਾ ਕਰਨ ਦੀ ਗੁੰਜਾਇਸ਼ ਹੀ ਕੋਈ ਨਹੀਂ। ਨਿਬੇੜਾ ਕਰਮਾਂ ਉੱਤੇ ਹੁੰਦਾ ਹੈ। ਜੋ ਜੜ ਮਤ ਲੋਕ ਪਾਹਨ ਪੱਥਰ ਦੀ ਪੂਜਾ ਸੇਵਾ ਕਰਨ ਲੱਗ ਪੈਂਦੇ ਹਨ, ਉਹਨਾਂ ਦੀ ਬੁੱਧੀ ਪੱਥਰ ਸਮਾਨ ਹੋ ਜਾਂਦੀ ਹੈ। ਬੁੱਤ ਦੀ ਪੂਜਾ ਕਰਨ ਹਾਰਿਆਂ ਦੀ ਹੀ ਜੜ ਮਤ ਹੁੰਦੀ ਹੈ। ਉਹ ਜੜ ਜੋਨੀਆਂ ਵਿੱਚ ਭੌਂਦੇ ਹਨ। ਉਹਨਾਂ ਦੀ ਕਰਨੀ ਕਿਸਮਤ ਬੜੀ ਹੀ ਮਾੜੀ ਹੁੰਦੀ ਹੈ। ਨਿਬੇੜਾ ਲਾਜ਼ਮੀ ਕਰਮਾਂ ਅਨੁਸਾਰ ਹੀ ਹੁੰਦਾ ਹੈ। ਉਹਨਾਂ ਦੀ ਘਾਲ ਅਜਾਈਂ ਹੀ ਜਾਂਦੀ ਹੈ। ਜੋ ਪਾਥਰ ਕੋ ਕਹਤੇ ਦੇਵ, ਤਾਂ ਕੀ ਬਿਰਥਾ ਹੋਵੈ ਸੇਵ, ਜੋ ਪਾਥਰ ਕੀ ਪਾਈ ਪਾਏ, ਤਿਸ ਕੀ ਘਾਲ ਅਜਾਈਂ ਜਾਏ। ਮਹੱਲਾ ਪੰਜਵਾਂ। ਇਹ ਮਨ ਜੈਸਾ ਸੇਵੈ ਤੈਸਾ ਹੋਵੈ, ਤੇਹੇ ਕਰਮ ਕਮਾਏ, ਆਪ ਬੀਜ ਆਪੇ ਹੀ ਖਾਵਣਾ, ਕਹਿਣਾ ਕਿਛੂ ਨਾ ਜਾਏ। ਰਾਗ ਸੂਹੀ ਮਹੱਲਾ ਤੀਜਾ ਘਰ ਦਸਵਾਂ। ਕਰਮਾਂ ਦੀ ਫਾਹੀ ਫਾਥੇ ਲੋਕ ਜੋ ਕਰਮ ਕਮਾਉਂਦੇ ਹਨ ਤਿਹੋ ਜਿਹਾ ਹੀ ਤਿਨਾਂ ਨੂੰ ਫਲ ਮਿਲਦਾ ਹੈ। ਤਿਹਾ ਹੀ ਉਹ ਫਲ ਭੁਗਤਦੇ ਹਨ ਤੇ ਦੋਸ਼ ਆਪਣੇ ਕਰਮਾਂ ਦਾ ਦੂਜਿਆਂ ਨੂੰ ਦਿੰਦੇ ਹਨ। ਇਹ ਉਹਨਾਂ ਦੀ ਅਗਿਆਨ ਕਰ ਭੁੱਲ ਹੈ। ਆਪਣੇ ਕੀਤੇ ਕਰਮ ਆਪ ਹੀ ਬੰਧਨ ਰੂਪ ਹੋ ਜਾਂਦੇ ਹਨ ਤੇ ਕਰਮ ਕਰਨ ਹਾਰਿਆਂ ਨੂੰ ਬੰਧਨ ਵਿੱਚ ਫਸਾ ਲੈਂਦੇ ਹਨ। ਉਹ 84 ਦੇ ਗੇੜ ਵਿੱਚ ਮੋਹੇ ਮਾਇਆ ਦੇ ਧੰਦਿਆਂ ਵਿੱਚ ਹੀ ਲੱਥ-ਪੱਥ ਹੋ ਜਾਂਦੇ ਹਨ। ਦੋਸ ਨਾ ਦੀਜੈ ਕਾਹੂ ਲੋਗ, ਜੋ ਕਮਾਵਨ ਸੋਈ ਭੋਗ, ਆਪਨ ਕਰਮ ਆਪੇ ਹੀ ਬੰਦ, ਆਵਨ ਜਾਵਨ ਮਾਇਆ ਧੰਦ। ਰਾਮਕਲੀ ਮਹੱਲਾ ਪੰਜਵਾਂ। ਸਿਫਤ ਸਲਾਹੀ ਕਰਮ ਕਰੰਤਿਆਂ ਨੂੰ ਵੀ ਤੈਸੀ ਹੀ ਲਿਵ ਪ੍ਰਾਪਤ ਹੁੰਦੀ ਹੈ ਜੈਸੀ ਉਹਨਾਂ ਦੀ ਨਾਮ ਅਭਿਆਸ ਕਮਾਈ ਹੁੰਦੀ ਹੈ। ਜਿਹੜੇ ਗੁਰਮੁਖ ਲੋਕ ਸਤਿਗੁਰੂ ਦੀ ਆਗਿਆ ਅਨੁਸਾਰ ਸਤਿਗੁਰੂ ਦੀ ਦੀਖਿਆ ਦੀ ਪੂਰੀ ਤਰ੍ਹਾਂ ਕਮਾਈ ਕਰਦੇ ਹਨ, ਉਹਨਾਂ ਦੀ ਹੀ ਸਹਿਜ ਘਰ ਵਿੱਚ ਲਿਵ ਲੱਗਦੀ ਹੈ। ਯਥਾ ਗੁਰਵਾਕ। ਜੈਸਾ ਕਰਮ ਤੈਸੀ ਲਿਵ ਲਾਵੈ, ਸਤਿਗੁਰ ਪੂਛ ਸਹਿਜ ਘਰ ਪਾਵੈ। ਪ੍ਰਭਾਤੀ ਅਸ਼ਪਦੀਆਂ ਮਹੱਲਾ ਪਹਿਲਾ ਵਿਭਾਸ। ਕਈ ਨਾਮ ਜਪਣ ਵਾਲੇ ਕਰਮਾਚਾਰੀ ਅਭਿਆਸੀ ਜਨ ਸ਼ਿਕਵਾ ਸ਼ਿਕਾਇਤ ਕਰਿਆ ਕਰਦੇ ਹਨ ਕਿ ਨਾਮ ਬਥੇਰਾ ਜਪੀਦਾ ਹੈ ਪਰ ਲਿਵ ਨਹੀਂ ਲੱਗਦੀ, ਮਨ ਨਹੀਂ ਟਿਕਦਾ, ਸੁਰਤ ਨਹੀਂ ਜੁੜਦੀ। ਤਿਨਾਂ ਪਰਥਾਏ ਹੀ ਤਿਨਾਂ ਦੇ ਉੱਤਰ ਵਿੱਚ ਇਹ ਗੁਰਵਾਕ ਉੱਪਰਲਾ ਆਇਆ। ਸੇਵਾ ਸਿਮਰਨ ਤਾਂ ਥੋੜਾ ਹੁੰਦਾ ਹੈ ਤੇ ਫਲ ਬਹੁਤਾ ਮੰਗਦੇ ਹਨ ਤਨਕ ਕਮਾਈਆਂ ਕਰਨ ਵਾਲੇ। ਜੈਸੀ ਉਹ ਸਿਮਰਨ ਦੀ ਕਮਾਈ ਕਰਦੇ ਹਨ ਤੈਸੀ ਹੀ ਉਹਨਾਂ ਦੀ ਸੁਰਤੀ ਬਿਰਤੀ ਹੋ ਰਹਿੰਦੀ ਹੈ। ਨਾਮ ਅਤੇ ਨਾਮ ਦੀ ਅਭਿਆਸ ਕਮਾਈ ਪਾਰਸ ਰੂਪ ਹੈ। ਜੈਸੀ ਕੋਈ ਕਮਾਈ ਕਰੇਗਾ ਅਤੇ ਇਸ ਨਾਮ ਰੂਪੀ ਪਾਰਸ ਨੂੰ ਪਰਸਣਹਾਰਾ ਬਣੇਗਾ, ਤੈਸੀ ਹੀ ਉਸ ਦੀ ਸੁਰਤੀ ਬਿਰਤੀ ਜੁੜੇਗੀ। ਨਾਮ ਨੇ ਪਾਰਸ ਕਲਾ ਜ਼ਰੂਰ ਵਰਤਾਉਣੀ ਹੈ। ਜਿਉਂ-ਜਿਉਂ ਅਭਿਆਸੀ ਜਨ ਕਮਾਈਆਂ ਕਰਦਾ ਵੱਧਦਾ ਜਾਵੇਗਾ, ਤਿਉਂ-ਤਿਉਂ ਉਸ ਦੀ ਲਿਵ ਸੁਰਤੀ ਦਾ ਜੁੜਾਓ ਅੰਤ ਜਮਾਓ ਵੱਧਦਾ ਤੇ ਵੱਧਦਾ ਜਾਏਗਾ। ਲਿਵ ਦੀ ਲੀਲਾ ਪਰੇ ਤੋਂ ਪਰੇ ਹੈ। ਲਿਵ ਦੀ ਅਵਸਥਾ ਵੀ ਉਚੇਰੀ ਤੋਂ ਉਚੇਰੀ ਹੈ। ਸਿਖਰਲੀ ਲਿਵ ਅਟਾਰੀ ਸਹਿਜ ਵਿਵਸਥਾ ਵਾਲੀ ਹੈ। ਇਸ ਪਦ ਅਟਾਰੜੇ ਦੀ ਗੁਰਮਤ ਦੀਖਿਆ ਅਨੁਸਾਰ ਪ੍ਰੇਮ ਜੁਗਤੀ ਵਾਲੇ ਬਣਿਆ ਹੀ ਪ੍ਰਾਪਤੀ ਹੁੰਦੀ ਹੈ। ਕਮਾਈਆਂ ਅਤੇ ਲਿਵਤਾਰ ਦੋਈ ਸਹਿਜ ਵਿੱਚ ਹੀ ਹੋ ਤੁਰਦੀਆਂ ਹਨ।
ਅਤੇ ਲਿਵ ਦਾ ਸਹਿਜ ਜੁੜਾਓ ਹੋ ਜਾਂਦਾ ਹੈ ਤਾਂ ਤੇ ਲਿਵ ਸਹਿਜ ਸਮਾਧ ਦੇ ਖੇਡੇ ਦਾ ਨਿਬੇੜਾ ਵੀ ਅਭਿਆਸ ਕਮਾਈਆਂ ਵਾਲੇ ਸਿਫਤ ਸਲਾਹ ਕਰਮ ਦੇ ਮੁਤਾਬਕ ਹੀ ਹੁੰਦਾ ਹੈ। ਨਾਮ ਦੀਆਂ ਕਮਾਈਆਂ ਪਾਰਸ ਰੂਪ ਹਨ, ਆਲੀਆਂ ਨਹੀਂ ਜਾਂਦੀਆਂ। ਅਭਿਆਸੀ ਜਨ ਦੀ ਲਿਵ ਕਰਮੀ ਅਵਸਥਾ ਦਾ ਨਿਬੇੜਾ ਪਾਰਸ ਕਮਾਈ ਦੀ ਬਹੁਲਤਾ ਉੱਪਰ ਹੀ ਹੈ। ਬਸ ਦਿਨ ਰਾਤ ਜੁਟਿਆ ਰਹੇ, ਅੱਖ ਨਾ ਉਘੇੜੇ, ਫਿਰ ਕਰਤਾਰ ਕਰਨਹਾਰ ਦੀ ਨਦਰ ਕਰਮੀ ਮਿਹਰ ਵੀ ਹੋ ਜਾਂਦੀ ਹੈ ਤੇ ਨਾਮ ਸਿਮਰਨ ਦੇ ਤੋਰੇ ਵੀ ਸੁੱਤੇ ਸੁਭਾਵ ਤੁਰ ਪੈਂਦੇ ਹਨ ਅਤੇ ਸਹਿਜ ਲਿਵ ਡੋਰੀ ਵੀ ਲੱਗੀ ਰਹਿੰਦੀ ਹੈ।